ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਤੁਹਾਡੇ ਨਾਲ ਮੈਥ ਦਾ ਜਿਹੜਾ ਟੌਪਿਕ ਹੈ ਸੰਪੂਰਨ ਸੰਖਿਆਵਾਂ, ਜਿਹਨਾਂ ਨੂੰ ਆਪਾਂ ਇੰਟੀਜਰਸ ਕਹਿੰਦੇ ਆ, ਇਹਦੇ ਉੱਤੇ ਚਰਚਾ ਕਰਾਂਗੇ। ਇੰਗਲਿਸ਼ ਵਿੱਚ ਇਹਨੂੰ ਆਪਾਂ ਕਹਿੰਦੇ ਆ ਇੰਟੀਜਰਸ, INTEGERS, ਔਰ ਇੰਗਲਿਸ਼ ਵਿੱਚ ਦੇ ਇੰਟੀਜਰ ਕਹਿੰਦੇ ਆ, ਪੰਜਾਬੀ 'ਚ ਕਹਿੰਦੇ ਆ ਸੰਪੂਰਨ ਸੰਖਿਆ। ਸੰਪੂਰਨ ਸੰਖਿਆ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਮੈਨੂੰ ਦੱਸੋ ਵੀ ਕਲਾਸ ਵਿੱਚ ਪੱਖੇ ਕਿੰਨੇ ਨੇ? ਹਾਂਜੀ, 1 2 3 4। ਠੀਕ ਹੈ ਜੀ। ਹੁਣ ਤੁਸੀਂ ਸਾਰੇ ਹੱਥ ਦੀਆਂ ਉਂਗਲਾਂ ਗਿਣੋ, 5। ਸ਼ੁਰੂ ਤੋਂ ਗਿਣੋ, 1 2 3 4 5। ਇਹਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਕੋਈ ਚੀਜ਼ਾਂ ਗਿਣਦੇ ਹੋ ਤੇ ਗਿਣਤੀ ਕਿੱਥੋਂ ਸ਼ੁਰੂ ਕਰਦੇ ਹੋ? 1 ਤੋਂ। ਕਦੀ ਵੀ ਤੁਸੀਂ ਇੰਜ ਨਹੀਂ ਕਰਦੇ ਕਿ ਜਦੋਂ ਚੀਜ਼ਾਂ ਨੂੰ ਗਿਣਨਾ ਵਾ ਤੇ ਅਸੀਂ 5 ਤੋਂ ਜਾਂ 10 ਤੋਂ ਸ਼ੁਰੂ ਕਰ ਲਈਏ। ਹਮੇਸ਼ਾ ਸ਼ੁਰੂ ਕਿੱਥੋਂ ਕਰਦੇ ਹੋ? 1 ਤੋਂ। ਔਰ ਚੀਜ਼ਾਂ ਨੂੰ, ਕਿਹੜੀਆਂ ਚੀਜ਼ਾਂ ਨੂੰ ਗਿਣਦੇ ਹੋ? ਉਹ ਚੀਜ਼ਾਂ ਨੂੰ ਗਿਣਦੇ ਹੋ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਦੇਖਦੀਆਂ ਨੇ। ਅੱਖਾਂ ਕਿਹਨੂੰ ਦੇਖਦੀਆਂ ਨੇ? ਸਾਰੇ ਬੱਚਿਆਂ ਨੂੰ ਦੇਖਦੀਆਂ ਵਾ। ਤੁਹਾਡੀਆਂ ਅੱਖਾਂ ਸਾਰੇ ਅਧਿਆਪਕਾਂ ਨੂੰ ਦੇਖਦੀਆਂ ਨੇ, ਆਪਣੇ ਸਕੂਲ ਦੇ ਸਾਰੇ ਰੁੱਖ ਦੇਖਦੀਆਂ ਨੇ। ਹੋਰ ਕੀ ਦੇਖਦੀਆਂ ਨੇ? ਹੋਰ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਲਾਗੇ ਪੰਛੀ ਕਿੰਨੇ ਨੇ, ਪਸ਼ੂ ਵੀ ਦੇਖਦੇ ਹਾਂ ਅਸੀਂ ਆਪਣੇ ਘਰ ਦੇ ਵਿੱਚ, ਆਪਣੇ ਘਰ ਦੇ ਮੈਂਬਰਸ ਵੀ ਦੇਖਦੇ ਹਾਂ। ਪਰ ਜਿਨ੍ਹਾਂ ਨੂੰ ਸਾਡੀਆਂ ਅੱਖਾਂ ਦੇਖਦੀਆਂ ਨੇ, ਉਹ ਸਾਰੀਆਂ ਚੀਜ਼ਾਂ ਕਿੰਨੇ ਬਣਾਈਆਂ? ਉਸ ਕੁਦਰਤ ਨੇ, ਉਸ ਰੱਬ ਨੇ। ਔਰ ਕੁਦਰਤ ਨੂੰ ਆਪਾਂ ਕਹਿੰਦੇ ਆ ਨੇਚਰ। ਨੇਚਰ, NATURE। ਔਰ ਪੰਜਾਬੀ 'ਚ ਕਹਿੰਦੇ ਆ ਜੀ ਕੁਦਰਤ। ਪ੍ਰਕਿਰਤੀ ਵੀ ਕਹਿੰਦੇ ਆ। ਪ੍ਰਕਿਰਤੀ ਵੀ ਪੰਜਾਬੀ ਦਾ ਲਫ਼ਜ਼ ਹੈ ਨੇਚਰ ਨੂੰ ਕਹਿਣ ਲਈ। ਹੁਣ ਜਿਹੜੀਆਂ ਚੀਜ਼ਾਂ ਨੂੰ ਆਪਾਂ ਗਿਣਦੇ ਹਾਂ, ਔਰ ਗਿਣਦੇ ਕਿਹਨਾਂ ਨੂੰ ਆ? ਜਿਹਨਾਂ ਨੂੰ ਸਾਡੀਆਂ ਅੱਖਾਂ ਦੇਖਦੀਆਂ ਨੇ। ਔਰ ਉਹਨਾਂ ਚੀਜ਼ਾਂ ਨੂੰ ਬਣਾਇਆ ਕਿੰਨੇ ਆ? ਰੱਬ ਨੇ, ਕੁਦਰਤ ਨੇ, ਨੇਚਰ ਨੇ। ਔਰ ਜਦੋਂ ਵੀ ਇਹਨਾਂ ਨੂੰ ਗਿਣਦੇ ਆ ਤੇ ਗੱਲ ਕਿੱਥੋਂ ਸ਼ੁਰੂ ਕਰਦੇ ਆ? 1 2 3 4। ਇਸ ਕਰਕੇ ਇਹਨਾਂ ਕੁਦਰਤੀ ਚੀਜ਼ਾਂ ਨੂੰ ਗਿਣਨ ਵਾਸਤੇ ਜਿਹੜੇ ਸਾਡੇ ਨੰਬਰਸ ਬਣੇ ਨੇ, ਕਿਹੜੇ ਨੰਬਰ ਬਣੇ ਆ ਜੀ? 1 2 3 4। ਇਹ ਸਾਰੀ ਗਿਣਤੀ, ਇਹ ਜਿਹੜੇ ਨੰਬਰ ਚੀਜ਼ਾਂ ਗਿਣਨ ਵਾਸਤੇ ਬਣੇ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਕੁਦਰਤੀ ਸੰਖਿਆ। ਕਿਉਂਕਿ ਇਹ ਚੀਜ਼ਾਂ ਕੁਦਰਤ ਦੀਆਂ ਚੀਜ਼ਾਂ ਨੂੰ ਗਿਣਨ ਲਈ ਬਣੇ ਨੰਬਰ ਇਹ। ਔਰ ਇਹ ਸਾਰੀਆਂ ਚੀਜ਼ਾਂ ਨੇਚਰ ਨੇ ਬਣਾਈਆਂ ਵਾ। ਇਸ ਕਰਕੇ ਇਹਨੂੰ ਅਸੀਂ ਕਹਿੰਦੇ ਆ ਨੈਚੁਰਲ ਨੰਬਰਸ। ਔਰ ਅਸੀਂ ਇਹਨੂੰ ਪ੍ਰਾਕਿਰਤਿਕ ਸੰਖਿਆ ਵੀ ਕਹਿੰਦੇ ਆ। ਪ੍ਰਾਕਿਰਤਿਕ ਸੰਖਿਆ। ਹੁਣ ਇਹ ਜਿਹੜੀ ਸਭ ਤੋਂ ਛੋਟੀ ਕੁਦਰਤੀ ਸੰਖਿਆ ਵਾ, ਉਹ ਸਾਡੇ ਕੋਲ ਕੀ ਹੈ ਜੀ? 1 ਆ। ਔਰ ਇਹ ਗਿਣਤੀ 2 3 4 5 ਇਸ ਤਰ੍ਹਾਂ ਅੱਗੇ ਵਧੀ ਗਈ। ਔਰ ਜੋ ਗਿਣਤੀ ਅੱਗੇ ਚੱਲੀ ਜਾਂਦੀ ਆ, ਜੋ ਆਪਾਂ ਅੱਗੇ ਨੂੰ ਚੱਲਦੇ ਆ, ਸਾਡੀ ਗਿਣਤੀ ਵੱਡੀ ਹੁੰਦੀ ਜਾਂਦੀ ਆ। ਔਰ ਜੇ ਅਸੀਂ ਕੀ ਨਾ ਵੀ ਸਭ ਤੋਂ ਵੱਡਾ ਨੰਬਰ ਲਿਖ ਲਈਏ, ਲਿਖ ਸਕਦੇ ਆ। ਮੰਨ ਲਓ ਤੁਸੀਂ ਕੋਈ ਬਹੁਤ ਵੱਡਾ ਨੰਬਰ ਲਿਖ ਲਿਆ ਜੀ, 1 ਨਾਲ ਬਹੁਤ ਜ਼ਿਆਦਾ ਜ਼ੀਰੋਆਂ ਪਾ ਲਈਆਂ, ਕਰੋੜ ਅਰਬ ਬਣਾ ਲਿਆ। ਫਿਰ 1 ਜ਼ੀਰੋ ਹੋਰ ਪਾ ਲਓ, ਹੋਰ ਵੱਡਾ ਹੋ ਗਿਆ। ਫਿਰ 1 ਜ਼ੀਰੋ ਪਾ ਲਓ, ਹੋਰ ਵੱਡਾ ਹੋ ਗਿਆ। ਇਹਦਾ ਮਤਲਬ ਕਿ ਅਸੀਂ ਵੱਡੇ ਤੋਂ ਵੱਡਾ ਨੰਬਰ ਤੇ ਲਿਖ ਹੀ ਨਹੀਂ ਸਕਦੇ, ਕਿਉਂਕਿ ਜੇ 1 ਨੰਬਰ ਵੱਡਾ ਲਿਖਦੇ ਆ ਤੇ 1 ਨੰਬਰ ਹੋਰ ਵੱਡਾ ਹੋ ਜਾਂਦਾ ਵਾ, ਜ਼ੀਰੋ ਪਾਇਆ। ਇਸ ਕਰਕੇ ਸਭ ਤੋਂ ਵੱਡੀ ਪ੍ਰਕਿਰਤਿਕ ਸੰਖਿਆ ਲਿਖਣੀ ਜਿਹੜੀ ਆ, ਉਹ ਸੰਭਵ ਨਹੀਂ ਆ। ਤੇ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਕਿਹੜੀ ਹੈ ਜੀ? ਦੇਖੋ ਇੱਥੇ ਲਿਖਦੇ ਆ, ਸਭ ਤੋਂ ਛੋਟੀ ਕੁਦਰਤੀ ਸੰਖਿਆ ਕਿੰਨੀ ਹੈ ਜੀ? 1। ਸਭ ਤੋਂ 1 ਹੈ। ਤੇ ਜੇਕਰ ਸਭ ਤੋਂ ਵੱਡੀ ਕੁਦਰਤੀ ਸੰਖਿਆ ਉਹ ਲਿਖਣੀ ਸੰਭਵ ਨਹੀਂ ਆ, ਸੰਭਵ
नहीं है। इस करके ये ਜਿਹੜੀ ਆਪਾਂ ਗਿਣਤੀ 1 ਤੋਂ ਸ਼ੁਰੂ ਕਰਦੇ ਹਾਂ ਇਹਨੂੰ ਅਸੀਂ ਕਹਿੰਦੇ ਨੈਚੁਰਲ ਨੰਬਰਸ ਜਾਂ ਪ੍ਰਾਕਿਰਤਿਕ ਸੰਖਿਆ। ਹੁਣ ਦੇਖੋ ਕਈ ਵਾਰੀ ਤੁਸੀਂ ਆਪਣੀ ਮੰਮੀ ਜੀ ਨੂੰ ਕਹਿੰਦੇ ਮੰਮੀ ਜੀ ਮੈਂ ਬਿਸਕੁਟ ਖਾਣੇ ਆ ਜੀ, ਉਹ ਕਹਿੰਦੇ ਡੱਬੇ 'ਚ ਲੈ ਲਾ। ਜੋ ਬੱਚਾ ਡੱਬੇ 'ਚ ਗਿਆ ਤੇ ਕਹਿੰਦਾ ਮੰਮੀ ਡੱਬਾ ਤੇ ਖਾਲੀ ਆ। ਉਹਦੀ ਖਾਲੀ ਜਿਹੜੇ ਹਾਲਾਤ ਸਨ ਉਹਨੂੰ ਦੱਸਣ ਲਈ ਸਾਨੂੰ ਅਸੀਂ ਇੱਕ ਹੋਰ ਸੰਖਿਆ ਦਾ ਇੱਕ ਹੋਰ ਸਿੰਬਲ ਦਾ ਜੋ ਆਜ਼ਾਦ ਕੀਤਾ ਉਹਨੂੰ ਅਸੀਂ ਕਿਹਾ ਜੀ ਜ਼ੀਰੋ। ਔਰ ਜ਼ੀਰੋ ਜਿਹੜੀ ਆ ਜ਼ੀਰੋ, ਫਿਰ ਅੱਗੇ ਹੈਗੀ 1 2 3। ਜਦੋਂ ਇਹਨਾਂ ਕੁਦਰਤੀ ਸੰਖਿਆ ਦੇ ਜ਼ੀਰੋ ਪਾ ਦਿੱਤੀ ਤੇ ਫਿਰ ਆਪਾਂ ਕਹੇ ਵੀ ਸਾਡਾ ਕੰਮ ਪੂਰਾ ਹੋ ਗਿਆ ਵਾ। ਸਾਨੂੰ ਹੁਣ ਹੋਰ ਨਹੀਂ ਗੀ ਲੋੜ ਇਹ ਕੁਦਰਤੀ ਚੀਜ਼ਾਂ ਨੂੰ ਗਿਣਨ ਵਾਸਤੇ। ਜਿਹੜੀ ਖਾਲੀ ਵਾਲੇ ਹਾਲਾਤ ਉਹਦੇ ਲਈ ਵੀ ਸਿੰਬਲ ਬਣਾ ਲਿਆ ਵਾ ਤੇ ਅਸੀਂ ਕਿਹਾ ਜੀ ਸਾਡਾ ਕੰਮ ਪੂਰਾ ਹੋ ਗਿਆ ਤੇ ਸਾਡੀ ਬਣ ਗਈ ਪੂਰਨ ਸੰਖਿਆ। ਔਰ ਪੂਰਨ ਸੰਖਿਆ ਨੂੰ ਇੰਗਲਿਸ਼ ਵਿੱਚ ਕਹਿੰਦੇ ਆਪਾਂ ਹੋਲ ਨੰਬਰਸ। ਹੁਣ ਜਿਹੜੀ ਸਾਡੀਆਂ ਪੂਰੀ ਇੱਕ ਪ੍ਰਕਿਰਤਿਕ ਸੰਖਿਆ ਦੀ ਪੰਡ ਸੀ, ਇਹ ਜਿਹੜੀ ਸਾਡੀ ਨੈਚੁਰਲ ਨੰਬਰ ਸੀ, ਇਹਨੂੰ ਆਪਾਂ ਡਿਨੋਟ ਕਰਦੇ n ਦੇ ਨਾਲ। n ਕਿੱਥੋਂ ਆਇਆ? ਨੈਚੁਰਲ ਨੰਬਰਸ ਦਾ ਜਿਹੜਾ ਪਹਿਲਾ ਵਰਡ ਬਣਿਆ ਵਾ ਐਲਫਾਬੈਟ ਲੱਗਾ n। ਔਰ ਇਹ ਜਿਹੜੇ ਨੇ ਹੁਣ ਇਹਨਾਂ ਵਿੱਚ ਇਹਨਾਂ ਨੂੰ ਇੰਗਲਿਸ਼ ਵਿੱਚ ਕੀ ਕਿਹਾ ਜੀ? ਹੋਲ ਨੰਬਰਸ। ਔਰ ਇਸ ਸਾਰੇ ਨੂੰ ਆਪਾਂ ਡਿਨੋਟ ਕਰਦੇ ਆ w ਦੇ ਨਾਲ। ਨਹੀਂ, ਇਹਨਾਂ ਦੇ ਵਿੱਚ ਸਭ ਤੋਂ ਛੋਟਾ ਸਮਾਲੈਸਟ ਹੋਲ ਨੰਬਰ ਉਹ ਸਾਡੇ ਕੋਲ ਕੀ ਹੋਏਗਾ ਜੀ? ਜ਼ੀਰੋ ਹੋਏਗਾ। ਔਰ ਸਭ ਤੋਂ ਵੱਡਾ ਹੋਲ ਨੰਬਰ, ਸਭ ਤੋਂ ਵੱਡੀ ਪੂਰਨ ਸੰਖਿਆ ਲਿਖਣੀ ਫਿਰ ਸੰਭਵ ਨਹੀਂ ਗੀ, ਕਿਉਂਕਿ ਇਹ ਵੀ ਕੁਦਰਤੀ ਸੰਖਿਆ ਵਾਂਗ ਅੱਗੇ ਦੀ ਅੱਗੇ ਚਲੀ ਜਾਏਗੀ। ਹੁਣ ਅਗਲੀ ਗੱਲ ਇਹ ਆ ਕਿ ਜੇਕਰ ਮੈਂ ਕਹਾਂ ਕਿ ਸਭ ਤੋਂ ਛੋਟੀ ਪੂਰਨ ਸੰਖਿਆ ਉਹ ਆ 0, ਤੇ ਜੇ ਮੈਂ ਕਹਾਂ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਉਹ ਕੀ ਹੈ ਜੀ? 1 ਆ। ਸਾਰੀਆਂ ਕੁਦਰਤੀ ਸੰਖਿਆਵਾਂ ਪੂਰਨ ਹੁੰਦੀਆਂ ਹਨ, ਪਰ ਸਾਰੀਆਂ ਪੂਰਨ ਸੰਖਿਆਵਾਂ ਪ੍ਰਕਿਰਤਿਕ ਨਹੀਂ ਹੁੰਦੀਆਂ। ਕਿਉਂ? ਕਿਉਂਕਿ ਪੂਰਨ ਸੰਖਿਆ ਵਿੱਚ ਜ਼ੀਰੋ ਆ ਗਈ ਆ ਔਰ ਜ਼ੀਰੋ ਜਿਹੜੀ ਆ ਪ੍ਰਕਿਰਤਿਕ ਸੰਖਿਆ ਨਹੀਂ ਗੀ। ਇਸ ਕਰਕੇ ਸਾਰੀਆਂ ਪੂਰਨ ਸੰਖਿਆਵਾਂ ਪ੍ਰਕਿਰਤਿਕ ਸੰਖਿਆਵਾਂ ਨਹੀਂ ਹੁੰਦੀਆਂ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਵੀ ਕਈ ਵਾਰੀ ਇੱਕ ਬੱਚਾ ਜਾਂ ਤੁਸੀਂ ਵੀ ਕਈ ਵਾਰੀ ਕਿਸੇ ਦੁਕਾਨ ਤੇ ਜਾਂਦੇ ਹੋ ਔਰ ਦੁਕਾਨਦਾਰ ਨੂੰ ਕਹਿੰਦੇ ਹੋ ਜੀ ਮੈਨੂੰ ਇੱਕ ਪੈਨ ਦੇ ਦਿਓ, ਤੇ ਪੈਨ ਹੈ 10 ਰੁਪਏ ਦਾ, ਤੇ ਤੁਸੀਂ ਦੁਕਾਨਦਾਰ ਨੂੰ ਦੇ ਰਹੇ ਹੋ 9 ਰੁਪਏ। ਤੁਸੀਂ ਘਰੋਂ ਹੀ 9 ਰੁਪਏ ਲੈ ਕੇ ਆਏ ਹੋ ਤੇ ਤੁਹਾਨੂੰ ਦੁਕਾਨਦਾਰ ਪੈਨ ਦੇਵੇਗਾ? ਸ਼ਾਇਦ ਦੇ ਵੀ ਦੇਵੇ, ਪਰ ਨਾਲ ਕੀ ਆਖੇਗਾ? ਇੰਨੀ ਗੱਲ ਜ਼ਰੂਰ ਆਖੇਗਾ ਵੀ ਬਈ ਤੇਰਾ 1 ਰੁਪਿਆ ਘਟਿਆ। ਇਹ ਲਫ਼ਜ਼ ਜ਼ਰੂਰ ਬੋਲੇਗਾ ਵੀ 1 ਰੁਪਿਆ ਘਟਿਆ। ਕਈ ਵਾਰੀ ਹੋਰ ਵੀ ਜੇ ਆਪਾਂ ਕੋਈ ਹੋਰ ਚੀਜ਼ ਸਮੋਸਾ ਖਰੀਦਣ ਚਲ ਜਾਂਦੇ ਹਾਂ ਤੇ ਸਮੋਸਾ ਜਿਹੜਾ ਵਾ 7 ਰੁਪਏ ਦਾ ਵਾ ਤੇ ਸਾਡੇ ਕੋਲ ਸਿਰਫ 5 ਰੁਪਏ ਆ, ਤੇ ਦੁਕਾਨਦਾਰ ਨੇ ਕਹਿੰਦਾ ਵੀ ਨਹੀਂ ਵੀ ਤੇਰੇ ਤੇ 2 ਰੁਪਏ ਘਟਿਆ। ਹੁਣ ਇੱਕ ਗੱਲ ਹੋਰ ਦੇਖਿਓ, ਜਿਹੜਾ 1 ਰੁਪਇਆ ਘੱਟ ਤਾਂ ਸਾਨੂੰ ਦੇ ਦੇਗਾ, ਤੇ ਜੇ ਜ਼ਿਆਦਾ ਪੈਸੇ ਹੋਣ ਨਾ ਘੱਟ ਫਿਰ ਨਹੀਂ ਕੋਈ ਦਿੰਦਾ। ਇਹ ਜਿਹੜੀ ਚੀਜ਼ ਜ਼ਿਆਦਾ ਘੱਟ ਹੋਵੇ ਉਹ ਮਾੜੀ ਜਾਂ ਚੰਗੀ ਨਹੀਂ ਗੀ। ਹੁਣ ਜਿਹੜੀ ਇਹ ਗੱਲ ਆਪਾਂ ਕਹਿੰਦੇ ਜੀ ਤੇਰਾ 1 ਰੁਪਇਆ ਘੱਟ ਆ, ਤੇਰੇ 2 ਰੁਪਏ ਘੱਟ ਨੇ। ਕਈ ਵਾਰ ਤੁਸੀਂ ਮੰਮੀ ਜੀ ਨੂੰ ਕਹਿੰਦੇ ਮੰਮੀ ਮੇਰੇ ਲਈ 3 ਪਰੌਂਠੇ ਬਣਾ ਦਿਓ ਜੀ, ਤੇ ਮੰਮੀ ਜਿਹੜੀ ਰੋਟੀ ਬਣਾ ਕੇ ਸਕੂਲ ਚਲ ਜਾਂਦੇ ਆ। ਜਦੋਂ ਬੱਚਾ ਡੱਬਾ ਖੋਲ੍ਹਦਾ ਰੋਟੀ ਵਾਲਾ ਉਹਦੇ 'ਚੋਂ ਕੀ ਨਿਕਲਦੇ ਜੀ? 2 ਹੀ ਪਰੌਂਠੇ ਨਿਕਲਦੇ ਆ, ਤੇ ਉਹਦੇ ਜ਼ਰੂਰ ਮੰਮੀ ਨੂੰ ਕਹਿੰਦਾ ਮੰਮੀ ਜੀ ਉਹ 'ਚ ਤੇ 1 ਪਰੌਂਠਾ ਘੱਟ ਹੀ। ਜਿਹੜਾ 1 ਘੱਟ, 2 ਘੱਟ, 3 ਘੱਟ, ਇਹਨਾਂ ਨੂੰ ਜਿਹੜੇ ਆਪਾਂ ਸਿੰਬਲ ਦਿੱਤੇ ਨੇ, ਸਿੰਬਲ ਦੇ ਰੂਪ ਦੇ ਵਿੱਚ ਲਿਖਿਆ ਵਾ, ਉਹਨੂੰ ਅਸੀਂ ਕਹਿੰਦੇ ਆ -1 -2 -3। ਹੁਣ ਕਿਉਂਕਿ ਸਿੰਬਲ ਦੇ ਵਿੱਚ ਹੁੰਦਾ ਜੀ -1 -2 -3 -4 ਸੋ ਔਨ। ਹੁਣ ਹੋਇਆ ਕਿ 5ਵੀਂ ਜਮਾਤ ਤੱਕ ਤੇ ਅਸੀਂ 0 ਤੋਂ ਅੱਗੇ ਵਾਲੀ ਗਿਣਤੀ ਨਾਲ ਗੱਲਾਂ ਕਰਦੇ ਨੇ, ਜਮਾ, ਘਟਾਓ, ਗੁਣਾ, ਭਾਗ, ਉਹ ਸਾਡੇ ਅੰਦਰ ਵਸ ਗਈਆਂ। ਉਹਨਾਂ ਦਾ ਇੱਕ ਹੋਰ ਵੀ ਕਿ ਕਾਰਨ ਇਹ ਸੀ ਵੀ ਸਾਡੀ ਰੋਜ਼ ਜ਼ਿੰਦਗੀ 'ਚ ਵੀ ਇਹ ਕੰਮ ਹੋ ਰਿਹਾ ਸੀ।
10 ਦੀ ਚੀਜ਼ ਲਈ ਆ, ਮਤਲਬ 20 ਰੁਪਏ ਦਿੱਤੇ ਆ, 10 ਵਾਪਸ ਆ ਗਏ ਆ। ਲੈਣ ਦੇਣ ਉਹਨਾਂ ਚੀਜ਼ਾਂ ਦਾ ਪਾਮ ਕਰਦੇ ਆ। ਕੋਈ ਬੱਚਾ ਕਾਪੀਆਂ ਲੈਣ ਗਿਆ ਵਾ, ਇੱਕ ਕਾਪੀ 10 ਰੁਪਏ ਦੀ ਆ, 5 ਕਾਪੀਆਂ 50 ਰੁਪਏ ਦੀਆਂ, ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਮਲਟੀਪਲਾਈ ਕਰਨਾ, ਗੁਣਾ ਕਰਨਾ। ਪਰ ਜਿਹੜੀ ਇੱਕ ਘੱਟ ਦੋ ਬੋਲਦੇ ਆਪਾਂ ਹਮੇਸ਼ਾ ਹੀ ਆ, ਰੋਜ਼ ਬੋਲਦੇ ਆ। ਪਰ ਸਾਡੇ ਜੇ ਅਸੀਂ ਕਿਸੇ ਦੁਕਾਨਦਾਰ ਨੂੰ ਕਹੀਏ ਨਾ ਵੀ ਮੇਰੇ ਕੋਲ ਤੇ ਵੀ ਘਟਾਓ 1 ਰੁਪਈਆ ਵਾ ਤੇ ਮੈਨੂੰ ਇੱਕ ਕਾਪੀ ਦੇ ਦਿੱਤਾ, ਉਹਨੇ ਗੱਲ ਹੀ ਨਹੀਂ ਸਮਝਣੀ। ਕਿਉਂਕਿ ਆਪਾਂ ਇਹ ਘਟਾਓ ਦੋ ਆਮ ਸਮਾਜ ਦੇ ਵਿੱਚ ਇਹਨੂੰ ਆਪਾਂ ਪ੍ਰਚਲਿਤ ਨਹੀਂ ਕੀਤਾ, ਜਿਹਦੇ ਕਰਕੇ ਸਾਡੇ ਬੱਚੇ ਵੀ ਇਹ ਚੀਜ਼ ਨੂੰ ਬਹੁਤ ਔਖਾ ਸਮਝਦੇ ਆ ਵੀ ਇਹ ਕੀ ਚੀਜ਼ ਆ, ਪਰ ਹੈਗੀ ਤੇ ਇੱਕ ਗਿਣਤੀ ਦਾ ਹੀ ਹਿੱਸਾ ਵਾ। ਤਾਂ ਆਪਾਂ ਗੱਲ ਕਰਦੇ ਹਾਂ ਜਦੋਂ ਇਹ -1 -2 -3 -4 ਤੇ ਸੋ on ਹੋਰ ਵੀ ਸਾਡੀ ਜਿਹੜੀ ਆ ਦੂਸਰੀ ਗਿਣਤੀ ਹੈ ਜੁੜ ਗਏ। ਦੇਖੋ ਪਹਿਲਾਂ ਸਾਡੇ ਕੋਲ ਕੀ ਸੀ ਜੀ, ਇੱਕ ਤੋਂ ਅੱਗੇ ਕੀ ਸੀ ਜੀ, ਪ੍ਰਕਿਰਤਿਕ ਸੰਖਿਆ, ਫਿਰ ਵਿੱਚ 0 ਪੈ ਗਈ ਤੇ ਸਾਡੀ ਕੀ ਬਣ ਗਈ, ਪੂਰਨ ਸੰਖਿਆ। ਜਦੋਂ ਫਿਰ ਘਟਾਓ 1 ਘਟਾਓ 2 ਘਟਾਓ 3 ਵਾਲੇ ਪਾਲੇ ਤੇ ਫਿਰ ਅਸੀਂ ਇਹ ਕਿਹਾ ਸੰਪੂਰਨ ਸੰਖਿਆ। ਔਰ ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਇੰਟੀਜਰਸ। ਹੁਣ ਇਹਦੇ ਵਿੱਚ ਦੇਖੋ ਜੀ ਜਿਹੜੇ ਇੰਟੀਜਰਸ ਨੇ, ਜਿਹੜੀਆਂ ਸਾਡੀਆਂ ਸੰਪੂਰਨ ਸੰਖਿਆਵਾਂ ਨੇ, ਇਹ ਇੱਧਰ ਨੇ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਔਰ ਇੱਧਰ ਨੂੰ ਛੋਟੀਆਂ ਹੁੰਦੀਆਂ ਜਾਂਦੀਆਂ ਨੇ। ਨਾ ਅਸੀਂ ਸਭ ਤੋਂ ਵੱਡੀ ਸੰਪੂਰਨ ਸੰਖਿਆ ਲਿਖ ਸਕਦੇ ਹਾਂ ਤੇ ਨਾ ਹੀ ਸਭ ਤੋਂ ਛੋਟੀ ਸੰਪੂਰਨ ਸੰਖਿਆ ਲਿਖ ਸਕਦੇ ਹਾਂ। ਤਾਂ ਜੋ ਨਹੀਂ ਰੁਕਦੀਆਂ ਵਧਣ ਤੋਂ ਤੇ ਠਾਹ ਨੂੰ ਵੀ ਵਧਣ ਤੋਂ ਨਹੀਂ ਰੁਕਦੀਆਂ। ਅਗਲੀ ਗੱਲ ਇਹ ਕਿ ਆ ਜਿੰਨੇ ਵੀ ਨੰਬਰਸ ਨੇ 1 2 3 ਅਸਲ 'ਚ ਮੈਂ ਕਹਿਣਾ ਵੀ ਮੇਰੇ ਕੋਲ 10 ਰੁਪਏ ਹਨ। ਇਹ ਜਿਹੜਾ ਮੇਰੇ ਕੋਲ 10 ਰੁਪਏ ਹਨ, ਇਹਦੇ ਨਾਲ ਇੱਕ ਪੋਜ਼ਿਟਿਵਿਟੀ ਲੱਗੀ ਹੋਈ ਹੈ, ਪੋਜ਼ਿਟਿਵ ਚੀਜ਼ ਹੈ। ਮੇਰੀ ਜੇਬ 'ਚ 10 ਰੁਪਏ ਪਏ ਆ ਤੇ ਇਹਨਾਂ ਸਾਰੇ ਨਾਲ ਪਲੱਸ ਦਾ ਸਾਈਨ ਲੱਗਿਆ, ਉਹ ਨਜ਼ਰ ਨਹੀਂ ਆਉਂਦਾ। ਆ ਸਾਰੇ ਨੰਬਰ ਇਹਨਾਂ ਸਭ ਦੇ ਨਾਲ ਪਲੱਸ ਦੇ ਸਾਈਨ ਲੱਗੇ ਆ, ਇਹਨਾਂ ਨੂੰ ਕਹਿੰਦੇ ਪੋਜ਼ਿਟਿਵ ਨੰਬਰਸ। 10 ਰੁਪਏ ਸਾਡੇ ਕੋਲ ਧਨ ਆ, ਸਾਡੇ ਕੋਲ ਪੈਸੇ ਆ, ਪੈਸੇ ਨੂੰ ਆਪਾਂ ਧਨ ਵੀ ਕਹਿੰਦੇ ਆ ਤੇ ਮਤਲਬ ਇਹਨਾਂ ਨੂੰ ਆਪਾਂ ਕਹਿੰਦੇ ਧਨਾਤਮਕ ਸੰਖਿਆ। ਸਾਡੇ ਕੋਲ ਧਨ ਹੈਗਾ। ਪਰ ਜਦੋਂ ਮੈਂ ਇਹ ਗੱਲ ਕਹਿਣੀ ਹੋਵੇ ਵੀ ਮੈਂ ਤਾਂ ਕਿਸੇ ਦੇ 20 ਰੁਪਏ ਦੇਣੇ ਆ, ਮੈਂ ਤਾਂ ਕਿਸੇ ਦੇ 4 ਰੁਪਏ ਦੇਣੇ ਆ, ਅਜੇ ਦੇਣੇ ਆ, ਅਜੇ ਪਹਿਲਾਂ ਕਿਤੇ ਮੈਨੂੰ ਮਿਲਣਗੇ ਘਰੋਂ, ਫਿਰ ਮੈਂ ਦੇਣੇ ਵੀ ਕਰਜ਼ਦਾਰ ਆ ਮੈਂ ਕਿਸੇ ਦਾ, ਉਹਨੂੰ ਕਹਿੰਦੇ ਨੈਗੇਟਿਵ ਨੰਬਰਸ। ਇਹ ਜਿੰਨੇ ਵੀ, ਜੇ ਮੈਂ ਕਹਾਂ ਮੇਰੇ ਕੋਲ -20 ਰੁਪਏ ਹਨ, ਇਹਦਾ ਮਤਲਬ ਇਹ ਹੁੰਦਾ ਕਿ ਮੈਂ ਅਜੇ ਕਿਸੇ ਦੇ 20 ਰੁਪਏ ਦੇਣੇ ਆ ਦੁਕਾਨਦਾਰ ਦੇ, ਮੈਨੂੰ ਡੈਡੀ 20 ਦੇਣਗੇ, ਫਿਰ ਜਦੋਂ ਮੈਂ ਕਰਜ਼ਾ ਮੋੜਾਂਗਾ ਮੈਂ ਕਰਜ਼ਦਾਰ ਹਾਂ 20 ਰੁਪਏ ਦਾ, ਜਿਹਨਾਂ ਨਾਲ ਮਾਈਨਸ ਲੱਗਾ ਹੋਵੇ। ਇਹਨੂੰ ਆਪਾਂ ਕਹਿੰਦੇ ऋण ਮਤਲਬ ਕਰਜ਼ਾ, ऋणात्मक ਸੰਖਿਆ। ਨੈਗੇਟਿਵ ਨੰਬਰਸ। ਹੁਣ ਅਗਲੀ ਗੱਲ ਇਹ ਆ ਕਿ ਮੇਰੇ ਕੋਲ ਲੱਖ ਰੁਪਈਆ, ਖੁਸ਼ੀ ਆਈ ਜੀ, ਹਾਂਜੀ ਲੱਖ ਰੁਪਈਆ ਕੋਲ ਆ, ਮੈਂ ਨਾ 20,000 ਰੁਪਏ ਦਾ ਦੇਣਾ ਤੇ ਮੇਰੀ ਆਵਾਜ਼ ਹੀ ਬਦਲ ਜਾਂਦੀ ਜਦ ਮੈਂ 20,000 ਰੁਪਏ ਦੇਣਾ ਕਿਸੇ ਦਾ, ਮਤਲਬ ਮਾੜੀ ਗੱਲ ਹੋ ਜਾਂਦੀ ਆ ਕਿਸੇ ਦਾ ਦੇਣਾ, ਦਿਲ ਨੂੰ ਦੁੱਖ ਜਿਹਾ ਦਿੰਦਾ ਵਾ। ਹਾਂ, ਜੇ ਮੈਂ ਕਹਿੰਦਾ ਨਾ ਵੀ ਮੈਂ ਕਿਸੇ ਦਾ 100 ਰੁਪਏ ਦੇਣਾ, ਇਹ ਇਹਨਾਂ ਨਹੀਂ ਚੁੱਭਦੀ ਗੱਲ, ਇਹ ਜਾਣ ਸੌਖੀ ਲੱਗਦੀ। ਮੈਂ ਕਿਸੇ ਦਾ 100 ਦੇਣਾ, ਮੈਂ ਕਿਸੇ ਦਾ ਨਾ ਲੱਖ ਰੁਪਏ ਦੇਣਾ ਹੀ, ਉਹ ਲੱਖ ਰੁਪਏ ਦੇਣਾ ਹੋਰ ਮਾੜਾ ਵਾ, ਹੋਰ ਨਿੱਕੀ ਗੱਲ ਆ। ਕਹਿਣ ਦਾ ਮਤਲਬ ਕਿ ਜੇਕਰ ਸਾਡੇ ਕੋਲ ਲਿਖਿਆ ਨਾ -10, ਇਹ ਤਾਂ ਗੱਲ ਕੋਈ ਨਹੀਂ ਮੈਂ 10 ਰੁਪਏ ਦੇਣੇ ਕਿਸੇ, ਪਰ ਜੇ ਕਿਨੇ ਕਹਿੰਦਾ ਨਾ -1 ਲੱਖ ਰੁਪਏ ਦੇਣਾ, ਇਹ ਤਾਂ ਬਹੁਤ ਹੀ ਮਾੜੀ ਗੱਲ ਹੈ, ਛੋਟੀ ਗੱਲ ਹੋ ਗਈ ਹੈ। ਸ਼ਾਨ ਥੋੜਾ ਨਾ ਮਹਿਸੂਸ ਹੁੰਦੀ ਆ, ਹਾਂ ਤੇ ਬਹੁਤ ਛੋਟਾ ਜਿਹਾ ਕੰਮ ਲੱਗਦਾ ਹੈ ਮੈਨੂੰ ਦੇਣਾ। ਇਹ ਜਿਹੜਾ ਮਾਈਨਸ ਲਾਖਿਆ ਇਹ ਹੋਰ ਛੋਟਾ ਵਾ, -10 ਥੋੜਾ ਘੱਟ ਛੋਟਾ ਵਾ 0 ਨਾਲੋਂ। ਕਹਿਣ ਦਾ ਮਤਲਬ ਜਦੋਂ ਆਪਾਂ ਪਿੱਛੇ ਨੂੰ ਜਾਣਾ ਵਾ ਤੇ ਸਾਡੇ ਨੰਬਰ ਛੋਟੇ ਹੁੰਦੇ ਜਾਣੇ ਆ। ਇੱਧਰ ਦੇਖੋ ਨਾ, ਜਦੋਂ ਆਪਾਂ ਅੱਗੇ ਨੂੰ ਜਾਂਦੇ ਆ ਤਾਂ ਸਾਡੇ ਨੰਬਰ ਵੱਡੇ ਹੁੰਦੇ ਆ। ਇਹਦਾ ਮਤਲਬ ਜਦੋਂ ਪਿੱਛੇ ਨੂੰ ਜਾਣਾ ਥੱਲੇ ਨੂੰ ਤੇ ਸਾਡੇ ਨੰਬਰ ਛੋਟੇ ਹੁੰਦੇ ਜਾਣੇ। ਜਿਵੇਂ ਪਿਛਾਂਹ ਨੂੰ ਜਾਵਾਂਗੇ ਸਾਡੇ ਨੰਬਰ ਕੀ ਹੋਣਗੇ, ਛੋਟੇ ਹੋਣਗੇ। ਕਹਿਣ ਦਾ ਮਤਲਬ ਜੇਕਰ ਲਿਖਿਆ ਨਾ -50
और -5 लिखिया, इन्हां दोनों के विचों छोटा कौन आ? -5 -50। ये क्यों छोटा वा? उसका कारण यह आ भी जिदा असीं अपने घर च कई बार बोर कराने आ तो यही कहने भी 50 फुट बोर हो गया जी, ग्राउंड चल गए, ग्राउंड का तल 0 आ तो -50 आप बोलेंगे बोर हो गया भी थले कितना चल गया -50 50 फुट थले। तो जे कि भी होर बोर कर दो वो कितना 200 फुट वो होर थले चल गया, डूंगा चल गया, कहने का मतलब -200 होर छोटा हो गया, थले दूर 0 के लागे 50 0 के लागे ही है -50 पर -200 के होर दूर आ। कहने का मतलब जो नैगेटिव नंबर होना भावें देखने जे इन्हें लगा लीए माइनस तो यह वड्डा लग रहा पर इदा होंगे नहीं गा। असल च ये जो नंबर है -200 0 तो बहुत पिछे चल गया वा। कहने का मतलब यह है कि जो भी आप नैगेटिव नंबर्स में वड्डे या छोटे देखना वा तो इन्हों वाली गल अपने दिमाग च नहीं रखनी, सिर्फ अं की रखना वा। आओ यो एक सवाल करते हैं निका जिहा, वो तो पहला मैं ये तुहानूं गल दस देना भी जो आप जिहड़े साडे प्रकृतिक संख्या ही उन्हें डिनोट कर देना किया एन दे नाल, और जिहड़े होल नंबर सी उन्होंने W दे नाल, क्योंकि होल W तो बनया ही, और इंटीजर्स नूं संपूर्ण संख्या नूं डिनोट कर देना करते आप Z दे नाल। ये Z नाल क्यों डिनोट करते हैं? इंटीजर Z तो है ही नहीं, ये इस करके करते हैं भी जर्मन का एक वर्ड आ जहलन, यदा मीनिंग होंदा वा चीज़ों को गिनना, टू काउंट। ये इस जर्मन के इस लफ्ज़ Z तो यह लफ्ज़ Z तो जहलन तो Z लिया गया, तां करके इंटीजर्स नूं किहदे नाल डिनोट किया गया जी? Z नाल डिनोट किया गया। अगली गल असीं ये तो कह सकते हैं भी सारियां प्राकृतिक संख्या संपूर्ण होंदियां हन, क्योंकि जिहड़ियां प्राकृतिक संख्या ही आ जी 1 2 3 हुण सारी जिहड़ी आ पूरी संख्या का नाम की है संपूर्ण, मतलब सारियां जिहड़ियां साडे कोले प्राकृतिक संख्या ने वो किहने संपूर्ण ने, सारियां पूर्ण संख्या भी वो भी संपूर्ण में आ गई। पर जेकर मैं ये गल कहां कि सारियां संपूर्ण संख्यावां नूं कुदरती संख्या कह सकते हैं? नहीं कह सकते। सारियां संपूर्ण संख्यावां उहदे विच तां घटाओ 3 भी आ गया, ये तो साडे कोल प्राकृतिक संख्या हुंदी नहीं। इस करके सारियां संपूर्ण संख्यावां जिहड़ियां वा उन्हां नूं आपां कुदरती संख्या नहीं कह सकते। कुदरती संख्या नूं आपां संपूर्ण कह सकते हैं, पर असीं संपूर्ण संख्यावां नूं ना कुदरती कह सकते हैं ते ना ही पूर्ण कह सकते हैं। हुण थोड़े जे सवाल असीं करते हैं वधदे क्रम ते घटदे क्रम, ताकि ये तुहानूं ये पता लगेगा कि सब तो वड्डा नंबर किहड़ा ते सब तो छोटा नंबर किहड़ा है। वधदे क्रम सवाल करने तो पहला तुहानूं इस गल की समझ होनी चाहिए कि जिस तरह मैं इत्थे कोई सवाल लिखदा, मैं लिखदा जी 50 85, तुसीं ये साइन भरना वा ग्रेटर दैन दा, लैस दैन दा, इज इक्वल टू दा। दूसरा सवाल करते हैं -37, तीसरा सवाल -4 ते -9, चौथा सवाल 5 0, पंजवां सवाल 0 -8। इन्हां सारे विच आपां साइन भरने आ, साइन किहड़े जी? वड्डे वाला छोटे वाला। हुण सब तो पहली गल ये कि जो मैं तुहानूं कहना कि 50 ते 85 विच वड्डा किहड़ा, ते तुसीं झट कहंदे जी 85 है। ते असीं की करदे जी 85 वाल ये जिहड़ी 20 है इहदा मूँह खोल दिंदे आ। हुण जदों इहदी गल आउंदी है -30 ते 7 दी, पहली गल ये आ कि जिहड़ा मैं बोर्ड ते लिखिआ वा इत्थे 8, इन्हूं मैं 9 कहना, इन्हूं मैं 9 नहीं कह सकता, इन्हूं मैं 5 कोई 5 भी नहीं कह सकता, ये 8 है तो 8 ही आ। पर जे मैं इन्हूं 7 कहना ना, इन्हूं 7 नहीं कह सकता। 7 तो साडा 0 तो किते अगे जाके इत्थे होंदा,
ये तो -7 है, ये तो बहुत पिछे है, बहुत छोटा, ये नंबर ही कोई हो रहा, ये 7 नहीं है, ये नंबर ही कोई हो रहा, तो ना -7 है, घटाओ 7 है। कभी इंज नहीं कहा भी घटाओ नाल लग्या होवे ते घटाओ बोली ही ना, माइनस नाल बोलना बहुत जरूरी है, वो बोलना ही बोलना वा। हुण आपां गल कर रहे सी भी -30 ते 7 दे विच छोटा किहड़ा वा ते वड्डा किहड़ा वा। देखो जी इत्थे साडे कोल 0 आ, इधर सारे पॉजिटिव नंबर होंदे आ, हुण 7 ते इधर आ गया, ते जिहड़े नेगेटिव नंबर ये सारे 0 में इधर होंदे आ। ਇਹਦਾ मतलब -30 बहुत छोटा वा, 0 नालों भी छोटा वा, फिर 7 नालों छोटा तो अपने आप ही हो गया। जिन्ने भी नैगेटिव नंबर्स ने ऋणात्मक संख्या वा वो सारियां धनात्मक संख्यावां तो छोटियां होंदियां ने, इत्थे कोई भी सोचण दी लोड़ नहीं, ते कह दांगे 7 जिहड़ा वड्डा वा माइनस। हुण अगे चलिए जी, हुण साडे कोल आ गया जी -4 ते -9। हुण ਤੁਸੀਂ ਨੰਬਰ ਲਾਈਨ ਦਾ ਸਹਾਰਾ ਲਿਆ ਕਰੋ, ਜੇ ਤੁਹਾਨੂੰ ਕੋਈ ਭੁਲੇਖਾ ਲੱਗੇ ਕੋਈ ਗੱਲ ਰੱਟੇ ਨਹੀਂ ਮਾਰਨੀ, ਯਾਦ ਨਹੀਂ ਕਰਨੀ। ਤੁਸੀਂ ਇਹ ਦੇਖੋ ਵੀ ਇੱਥੇ 0 ਆ, ਫਿਰ ਆਉਣਾ -1 -2 -3, ਫਿਰ ਆਉਣਾ -4 -5 -6 -7 -8, ਫਿਰ ਕਿਹੜਾ -9। ਤੇ ਜਿਉਂ ਆਪਾਂ ਇਹ ਨੂੰ ਜਾਣਾ ਛੋਟੀ ਹੁੰਦੀ ਜਾਣਾ, ਇਟ ਮੀਨ -9 ਛੋਟਾ ਵਾ -4 ਤੇ -9। ठीक है जी। अगली गल 5 ते 0, हम 5 तो एक पॉजिटिव नंबर है, तो पॉजिटिव नंबर तो हमेशा ही वड्डे होंदे आ 0 तो। 0 मैंने खाली, साडी जेब च कोई पैसा नहीं, ਇਹਦਾ मतलब 5 रुपये हैगे ने, तो 5 साडे की हो गए जी वड्डे। इत्थे 0 ते -8, ये फिर वही गल जी, इत्थे 0 आ ते -8 तो इस साइड ते होना वा, ये तो 0 ने छोटा होना ही होना वा, माइनस वाले थल्ले नूं जांदे आ, खूह च पए आ, करजा देना -8 हो गया छोटा। जो तुहानूं ये गल की समझ आ जाए भी कोई नंबर वड्डा किद्दां वा ते कोई नंबर छोटा किद्दां वा, फिर इहदे बेस ते असीं करांगे जी वधदे क्रम विच ते घटदे क्रम दे विच कुछ नंबर लिखांगे, ਉਹਦੀ ਅਸੀਂ ਤੁਹਾਨੂੰ ਹੁਣ प्रैक्टिस कराउने आ। ਉਹਦੇ ਲਈ कोई कोलों गल नहीं रखनी, कोई ऐसा शॉर्टकट मैथड नहीं यूज करना, वो तुसीं हर चीज़ अपने दिमाग तो कढिया करो। जे तुहानूं दिमाग तो कढनी आ गई ना, फिर नहीं मैथ भुलदा। लो जी मैं कहना जी, तुसीं इन्हां पहले सवाल नूं वधदे क्रम दे विच सैंडिंग ऑर्डर च लिखना वा, किहनूं लिखना जी, इत्थे मैं लिखिआ जी 5 -7 3 0 -2 ते 1 साडे कोल 7 है। हुण इहनूं भी लिख कन्फ्यूज होने की कोई लोड़ नहीं, कढ़ना कि भाई वधदे क्रम ही ਹੁੰਦਾ। ਜਦੋਂ ਅਸੀਂ ਸਵੇਰੇ ਪ੍ਰੇਅਰ ਕਰਦੇ ਹਾਂ ਅਸੈਂਬਲੀ ਦੇ ਵਿੱਚ, ਜੋ ਸਕੂਲ ਸਾਡਾ ਲੱਗਦਾ, ਤੇ ਅਸੀਂ ਸਭ ਤੋਂ ਪਹਿਲਾਂ ਛੋਟਾ ਬੱਚਾ ਖੜਾ ਹੁੰਦਾ, ਫਿਰ ਵੱਡਾ ਤੇ ਫਿਰ ਵੱਡਾ ਬੱਚਾ ਖੜਾ ਹੁੰਦਾ। ਸਭ ਤੋਂ ਪਹਿਲਾਂ ਛੋਟਾ ਲੈਣਾ, ਇਹਨੂੰ ਕਹਿੰਦੇ ਵਧਦੇ क्रम। ਦੇਖੋ ਜੀ ਸਭ ਤੋਂ ਪਹਿਲਾਂ ਕੀ ਕਰਿਆ ਕਰਨਾ, ਲਾਈਨ ਡਰਾ ਕੀਤੀ। ਹੁਣ ਇਹਨਾਂ 'ਚ 0 ਹੈਗੀ ਹੈ ਨਾ, ਤੇ 0 ਇੱਥੇ ਲਾ ਲਓ, 0 ਲਾ ਲਈ ਆ, ਤੇ 0 ਲਾ ਕੇ ਫਿਰ ਵੇਖੋ कि माइनस वाले किहड़े नंबर ने। जे माइनस का भुलेखा लगे पहला प्लस वाले लो, कोई गल नहीं। हुण प्लस वाले कौन है जी, 1 3 आ, 1 5 आ, ते की आ 7 आ। हुण 0 तो अगे पहले किहने होना जी, 3 ने होना, फिर उस तो अगे किहने होना जी 5 ने होना, फिर उस तो अगे किहने होना जी, गिनती के अकॉर्डिंग आ गया। ठीक है जी, जो आप ये लिख लिया गिनती के अकॉर्डिंग। हुण जिहड़े माइनस वाले रह गए ने, आ 2 जने रह गए जी। हुण 0 तो छोटा सब तो पहला वारी किहदी होनी -1 की, तो फिर किहदी वारी आई जी -2 की, फिर उस तो गाड़ी किहदी वारी आई जी माइनस। इस प्रकार लाइन ड्रा करके आपां की कर सकते हैं, इन्हां नंबरां नूं वधदे क्रम दे विच लिख सकते हैं। मतलब सब तो पहला -7 आ गया, फिर -2, फिर 0, फिर 3, फिर 5 ते फिर साडे कोले पहला सवाल वो तुसीं लिखना जी वधदे क्रम दा। वाधे क्रम दे विच तुसीं लिखोगे जी -24 16 -40 -5 -13 16 ते 1, और एक साल तुसीं घटदे क्रम दा भी करोगे
ਘਟਦੇ ਕ੍ਰਮ ਦਾ ਤੁਸੀਂ ਕਰੋਗੇ ਜੀ -30 और -29 -49 4 37 -9 ਤੇ -50 ਇਹ 2 ਸਾਲ ਤੁਸੀਂ ਕਰੋਗੇ। ਇਹਦੇ ਨਾਲ ਤੁਹਾਡੀ ਪ੍ਰੈਕਟਿਸ ਹੋਏਗੀ ਔਰ ਤੁਹਾਨੂੰ ਕੁਝ ਇਹਨਾਂ ਦੇ ਲਿਖਣ ਵਿੱਚ ਸਮਝਣ ਵਿੱਚ ਤੁਹਾਡਾ ਹੱਥ ਪੱਕਾ ਹੋਏਗਾ। ਇਸ ਤੋਂ ਅੱਗੇ ਅਸੀਂ ਕਰਦੇ ਹਾਂ ਇੱਕ ਤੋਂ ਗੱਲਾਂ ਥੋੜੀ ਜਿਹੀ ਇਸ ਤਰ੍ਹਾਂ ਦੀ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿਣਾ ਵਾ ਕਿ ਤੁਸੀਂ -4 ਅਤੇ 4 ਦੇ ਵਿਚਕਾਰ ਸੰਪੂਰਨ ਸੰਖਿਆਵਾਂ ਲਿਖੋ ਜੀ। ਕਹਿਣ ਦਾ ਮਤਲਬ ਕਿ -4 ਅਤੇ 4 ਦੇ ਵਿੱਚ ਇੰਟੀਜਰਸ ਲਿਖੋ। ਤੇ ਤੁਸੀਂ ਵੇਖੋ ਜੀ ਆ -4 ਹੈ ਨਾ ਇੱਥੇ ਕੀ ਹੈ ਜੀ 4। ਹੁਣ ਇਹਦੇ ਵਿੱਚ -4 ਤੋਂ ਕੀ ਹੈ ਜੀ -3 ਫਿਰ -2 -1 0 1 2 ਤੇ 3 -4 ਤੇ 4 ਦੇ ਵਿਚਕਾਰ ਇਹ ਸਾਡੇ ਕੋਲ 1 2 3 4 5 6 7 ਸੰਪੂਰਨ ਸੰਖਿਆਵਾਂ ਨੇ। ਪਰ ਜੇਕਰ ਮੈਂ ਇਸੇ ਸਮੇਂ ਇਦਾਂ ਕਹਿ ਦਿੰਦਾ ਵੀ ਮੈਨੂੰ ਜੀ ਹੁਣ ਤੁਸੀਂ ਸੰਪੂਰਨ ਨਹੀਂ ਕਲੀਆਂ ਪੂਰਨ ਸੰਖਿਆਵਾਂ ਲੈ ਕੇ ਦਿਖਾਓ ਜੀ, ਤੇ ਹੁਣ ਬਹੁਤ ਜੀ ਜਿਹੜੀ ਪੂਰਨ ਸੰਖਿਆ ਦੇ ਵਿੱਚ ਨੈਗੇਟਿਵ ਨੰਬਰ ਤੇ ਹੋਣੀ ਨਹੀਂ ਹੈ। ਪੂਰਨ ਸੰਖਿਆ ਕਿਹੜੀ ਹੋਣੀ ਹੈ 0 1 2 ਤੇ ਜਿਹੜੇ ਆ 4 ਜਣੇ ਆ ਇਹ -4 ਤੇ 4 ਦੇ ਵਿੱਚ ਪੂਰਨ ਸੰਖਿਆਵਾਂ ਨੇ। ਤੇ ਜੇ ਮੈਂ ਇਸੇ ਸਮੇਂ ਇਹ ਕਹਿ ਦਿੰਦਾ ਵੀ -4 ਅਤੇ 4 ਦੇ ਵਿਚਕਾਰ प्राकृतिक संख्यावां लेके दिखाओ, तो फिर प्राकृतिक संख्यावां किहड़ियां बनियां जी फिर 0 नहीं होनी साडे कोल, क्योंकि जिहड़ियां प्राकृतिक संख्यावां कित्थों शुरू होंदियां ने 1 तो। फिर आही आंसर 1 2 3 फिर साडे कोल सिर्फ तो सिर्फ इन्ना ही आंसर आना ही। और ये सवाल जिहड़े सिंपल जे करन दे नाल तुहानूं पूरी समझ आउंदी आ कि जिहड़ा साडे कोले संपूर्ण संख्यावां छोटियां किहड़ियां ने वड्डियां किहड़ियां ने। एक इहदे होर तुहानूं गल दस्सणी है जांदे जांदे, देखो साडे कोल लफ्ज़ है मॉडुलस। मॉडुलस की है जी? मॉडुलस का मीनिंग असल च है कि किसी भी संपूर्ण संख्या की जीरो तो कितनी दूरी है। कहने का मतलब देखो, कहने का मतलब यह कि इत्थे साडे कोले 0 है 1 2 3, इत्थे की जी -1 -2 ते -3। जिहड़ा मॉडुलस है इहनूं लिखण लग्गिया आपां आ निशान की वरतों करते हैं। जो किसी भी नंबर की मॉडुलस की वैल्यू फाइंड करनी है असीं आ 2 लाइनां जिद्दां मैं कहना भी 3 का मॉड फाइंड करो, छोटी गल कहने मॉड फाइंड करो। मॉड का मतलब ये होंदा वा भी इस 3 की 0 तो कितनी दूरी है, तो 3 ही आ। जे मैं कहना वा 20 की कितनी दूरी है 0 तो 20 कदम ही आ। हुण जेकर मैं कहता -2 की 0 तो कितनी दूरी है, तो वो भी कितनी है जी 2 ही आ। -15 की 0 तो कितनी दूरी है जी 15 ही आ। कहने का मतलब यह भी जो भी आप मॉड लेने किसी नंबर का जे तो पॉजिटिव नंबर है तो वह आंसर पॉजिटिव आता, पर जेकर उन्होंने माइनस लग्या वा तो यह मॉड जो माइनस को खत्म कर देंदा। सिंपल जी गल है जी, माइनस को मॉड खत्म कर देंदा। मतलब जे लिखा ना -100 लिखा तो माइनस खत्म होकर की बन गया जी केवल तो केवल 100 बन गया जी। और इस तो अगे जाने तो पहला असीं इंटीजर्स नूं जमा करना सीखांगे, घटाव करनी सीखांगे और गुणा भी सीखांगे, भाग करनी भी सीखांगे। इस लैक्चर में अज इन्ना की सारे का थैंक्स। सत श्री अकाल।